ਸਟੋਰੀ ਸ਼ੋਕਸ ਸਟੋਰੀ ਬਿਕਮਸ ਈਜ਼ੀਅਰ ਜੀ। ਫਿਰ ਤੋਂ ਇੱਕ ਵਾਰ ਸਿੱਖਿਆ ਮੰਤਰੀ ਵੱਲੋਂ ਜਿਹੜੇ ਹੈ ਬਿਆਨ ਦਿੱਤਾ ਗਿਆ ਜੋ ਕਿ 2364 66 35 59 94 93 ਐਨਟੀਟੀ ਇਹਨਾਂ ਸਾਰੀਆਂ ਪੋਸਟਾਂ ਦੇ ਬਾਰੇ ਉਹਨਾਂ ਤੋਂ ਪੁੱਛਿਆ ਗਿਆ ਸੀਗਾ ਕਿ ਕਿਸ ਤਰ੍ਹਾਂ ਤੁਸੀਂ ਇਹ ਪੋਸਟਾਂ ਪੂਰੀਆਂ ਕਰੋਗੇ। ਤੇ ਫਿਰ ਤੋਂ ਉਹਨਾਂ ਦੇ ਜਿਹੜੇ ਬਿਆਨ ਹੈ ਸੇਮ ਉਹੀ ਬਿਆਨ ਨੇ, ਉਹੀ ਗੱਲਾਂ ਨੇ ਜਿਹੜੀਆਂ ਉਹਨਾਂ ਕੋਲ ਨੇ। ਇੱਕ ਵਾਰ ਜਿਹੜੀ ਸਟੇਟਮੈਂਟ ਉਹਨਾਂ ਨੇ ਦਿੱਤੀ ਸੀ ਉਹੀ ਰਿਪੀਟ ਸਟੇਟਮੈਂਟ ਉਹ ਜਿਹੜੀ ਵਾਰ-ਵਾਰ ਦੇ ਰਹੇ ਨੇ ਕਿ ਲੋਕਾਂ ਦੇ ਵਿੱਚ ਯਾਨੀ ਕਿ ਯੂਨੀਅਨ ਦੇ ਵਿੱਚ ਜਾਂ ਈਟੀਟੀ ਦੇ ਜਿੰਨੇ ਵੀ ਕੈਂਡੀਡੇਟਸ ਉਹਨਾਂ ਦੇ ਵਿੱਚ ਆਪਸ 'ਚ ਕਨਫਲਿਕਟ ਹੈ। ਕਨਫਲਿਕਟ ਕੀ ਹੈ ਵੀ 2364 ਈਟੀਟੀ ਦੇ ਭਰਤੀ ਦੇ ਬਾਰੇ ਇੱਕ ਧਿਰ ਕਹਿੰਦੀ ਹੈ ਕਿ ਰਿਵਿਊ ਪਾਈ ਜਾਵੇ ਤੇ ਇੱਕ ਧਿਰ ਕਹਿੰਦੀ ਹੈ ਰੀ ਐਡਵਰਟਾਈਜ਼ਮੈਂਟ ਕੱਢੀ ਜਾਵੇ। ਤੇ ਉਹ ਕਹਿੰਦੇ ਵੀ ਜੇ ਰਿਵਿਊ ਪਾਈ ਗਈ, ਮੈਂ ਉਹਨਾਂ ਨੂੰ ਕਿਹਾ ਸੀਗਾ ਕਿ 4 ਤੋਂ 5 ਸਾਲ ਹੋਰ ਲੱਗ ਜਾਣਗੇ, ਪਰ ਕਹਿੰਦੇ ਤੁਸੀਂ ਆਪਸ ਦੇ ਵਿੱਚ ਇਕੱਠੇ ਹੋਵੋ ਤੇ ਫਿਰ ਹੀ ਕੁਝ ਹੱਲ ਹੋ ਸਕਦਾ ਹੈ। ਪਰ ਫਿਰ ਉੱਥੇ ਉਹੀ ਗੱਲ ਆ ਜਾਂਦੀ ਹੈ ਕਰਨ ਵਾਲੀ ਕਿ ਕੋਰਟ ਨੇ ਕੀ ਕਿਹਾ। ਜਦ 2364 ਈਟੀਟੀ ਆਪਸ ਦੇ ਵਿੱਚ ਲੋਕਾਂ ਦੀ ਕੋਈ ਸਹਿਮਤੀ ਨਹੀਂ ਬਣੀ, ਇਸ ਲਈ ਕੋਰਟ ਦੇ ਵਿੱਚ ਗਈ ਸੀ। ਤੇ ਕੋਰਟ ਦੇ ਵਿੱਚ ਜੱਜ ਵੱਲੋਂ ਕੀ ਬਿਆਨ ਦਿੱਤਾ ਗਿਆ, ਦੇ ਵਿੱਚ ਜਿਹੜਾ ਕੁਐਸਚਨ ਰੱਖਿਆ ਗਿਆ ਸੀਗਾ ਕਿ ਕੀ 2364 ਦੇ ਵਿੱਚ ਬੀਐਡ ਇਨਕਲੂਡ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ। ਇਹੀ ਮੇਨ ਕੁਐਸਚਨ ਜਿਹੜਾ ਉਸ ਭਰਤੀ ਦੇ ਵਿੱਚ ਸੀਗਾ। ਉਸ ਕੁਐਸਚਨ ਤੇ ਜੱਜ ਵੱਲੋਂ ਜਾਂ ਕੋਰਟ ਵੱਲੋਂ ਕੀ ਜਵਾਬ ਦਿੱਤਾ ਗਿਆ, ਇਹ ਗੱਲ ਜਿਹੜੀ ਉਹ ਕਲੀਅਰ ਨਹੀਂ ਕਰਦੇ ਕਿ ਕੋਰਟ ਵੱਲੋਂ ਬੀਐਡ ਨੂੰ ਇਨਕਲੂਡ ਕੀਤਾ ਗਿਆ ਜਾਂ ਨਹੀਂ ਕੀਤਾ ਗਿਆ। ਅਗਰ ਇੰਨੀ ਗੱਲ ਕਲੀਅਰ ਹੋ ਜਾਂਦੀ ਤਾਂ ਮੈਨੂੰ ਲੱਗਦਾ ਸਾਰੇ ਹੀ ਕੇਸਾਂ ਦਾ ਨਿਪਟਾਰਾ ਇੱਥੇ ਹੋ ਜਾਣਾ ਸੀ। ਤੇ 2364 ਜਿਹੜੀ ਭਰਤੀ ਆ ਉਹ ਮੈਨੂੰ ਨਹੀਂ ਪਤਾ ਮੈਂ ਕਿਸ ਤਰ੍ਹਾਂ ਕਰਾਂ। ਜਿਵੇਂ ਤੁਸੀਂ ਕਹੋਗੇ ਆਪਾਂ ਉਵੇਂ ਕਰ ਲਾਂਗੇ, ਰਿਵਿਊ ਕਹੋਗੇ ਰਿਵਿਊ ਪਾ ਲਾਂਗੇ, ਰੀ ਐਡਵਰਟਾਈਜ਼ ਕਹੋਗੇ ਰੀ ਐਡਵਰਟਾਈਜ਼ ਕਰ ਦਾਂਗੇ। ਪਰ ਪੁੱਛਣ ਵਾਲੀ ਗੱਲ ਰੂਲਸ ਦੀ ਹੈ ਕਿ ਰੂਲਸ ਕੀ ਕਹਿੰਦੇ ਨੇ। ਕੋਰਟ ਦੇ ਵਿੱਚ ਕੇਸ ਲਗਾਇਆ ਗਿਆ ਸੀ, ਕੋਰਟ ਨੇ ਕੀ ਜਵਾਬ ਦਿੱਤਾ। ਕਿਉਂਕਿ ਕਨਫਲਿਕਟ ਗੱਲ ਇੱਕ ਦਾ ਹੀ ਹੈ ਇੱਥੇ ਕਿ ਕੀ ਈਟੀ ਦੇ ਵਿੱਚ ਬੀਐਡ ਇਨਕਲੂਡ ਹੋਏਗੀ ਜਾਂ ਨਹੀਂ ਹੋਏਗੀ। ਗੱਲ ਸਾਰੀ ਇੱਥੇ ਆਉਂਦੀ ਹੈ। ਔਰ ਦੋ ਭਰਤੀਆਂ ਆਪਣੀਆਂ ਈਟੀ ਦੀਆਂ ਨਿਕਲੀਆਂ। 2364 ਦੇ ਵਿੱਚ ਬੀਐਡ ਇਨਕਲੂਡ ਸੀ, ਉਹ ਭਰਤੀ ਜਾ ਕੇ ਕੁਐਸ਼ ਹੋ ਗਈ। 6635 ਦੇ ਵਿੱਚ ਬੀਐਡ ਨਹੀਂ ਸੀ, ਨਿਰੋਲ ਈਟੀਟੀ ਸੀ, ਉਹ ਵੀ ਭਰਤੀ ਜਿਹੜੀ ਹੈ ਉਹ ਕੋਰਟ ਦੇ ਵਿੱਚ ਖੜੀ ਹੈ। ਤਾਂ ਗੱਲ ਇਹ ਹੈ ਕਿ ਨਵੀਂ ਭਰਤੀ ਕਹਿੰਦੇ ਅਸੀਂ ਮੌਜੂਦਾ ਰੂਲਸ ਦੇ ਮੁਤਾਬਿਕ ਲੈ ਕੇ ਆਵਾਂਗੇ, ਜਿਹਦੇ ਕਰਕੇ ਨਵੀਂ ਭਰਤੀ ਜਿਹੜੀ ਆ ਉਹ ਬਾਅਦ ਦੇ ਵਿੱਚ ਕੋਰਟ ਦੇ ਵਿੱਚ ਜਾ ਕੇ ਨਹੀਂ ਖਾਰਿਜ ਹੋਊਗੀ। ਪਰ ਪੁੱਛਣ ਵਾਲੀ ਗੱਲ ਇੱਥੇ ਇਹ ਬਣਦੀ ਹੈ ਕਿ ਦੋ ਹੀ ਗੱਲਾਂ ਹੋ ਸਕਦੀਆਂ ਨੇ, ਜਾਂ ਤਾਂ ਬੀਐਡ ਇਨਕਲੂਡ ਹੋਊਗੀ ਜਾਂ ਬੀਐਡ ਇਨਕਲੂਡ ਨਹੀਂ ਹੋਊਗੀ। ਬੀਐਡ ਇਨਕਲੂਡ ਵਾਲੀ ਭਰਤੀ ਕੁਐਸ਼ ਹੋ ਚੁੱਕੀ ਹੈ, ਬੀਐਡ ਤੋਂ ਬਿਨਾਂ ਵਾਲੀ ਭਰਤੀ ਵੀ ਕੋਰਟ ਦੇ ਵਿੱਚ ਖੜੀ ਹੈ। ਤੇ ਫਿਰ ਤੀਸਰਾ ਰੂਲ ਕਿਹੜਾ ਹੋਰ ਆ ਜਾਏਗਾ। ਇਹੀ ਰੂਲ ਹੋ ਸਕਦੇ ਨੇ, ਜਾਂ ਤਾਂ ਹੋਊਗੀ ਇਨਕਲੂਡ ਜਾਂ ਨਹੀਂ ਹੋਊਗੀ। ਹੁਣ ਦੋਨੋਂ ਹੀ ਭਰਤੀਆਂ, ਦੋਨੋਂ ਹੀ ਕੇਸ ਜਿਹੜੇ ਕੋਰਟ ਦੇ ਵਿੱਚ ਖੜੇ ਨੇ। ਕਿਹੜੇ ਕੇਸ ਨੂੰ ਕੋਰਟ ਵੱਲੋਂ ਜਿਹੜੀ ਕਿ ਆਪਾਂ ਕਹਿੰਦੇ ਆ ਮਨਜ਼ੂਰੀ ਮਿਲੀ ਹੈ ਜਾਂ ਅਪਰੂਵਲ ਮਿਲੀ ਹੈ, ਉਹ ਹਾਲੇ ਤੱਕ ਕਿਸੇ ਵੀ ਕੇਸ ਨੂੰ ਨਹੀਂ ਮਿਲੀ। ਨਾ ਤਾਂ ਬੀਐਡ ਇਨਕਲੂਡ ਵਾਲੀ ਸਿਰੇ ਚੜੀ ਹੈ, ਨਾ ਨਿਰੋਲ ਈਟੀਟੀ ਵਾਲੀ ਸਿਰੇ ਚੜੀ ਹੈ। ਜੇ ਮੌਜੂਦਾ ਰੂਲਸ ਦੀ ਗੱਲ ਕਰੀਏ, ਔਰ ਸਰਵਿਸ ਰੂਲ ਅਮੈਂਡ ਹੋ ਚੁੱਕਿਆ ਸੀ ਜਿਹਦੇ ਮੁਤਾਬਿਕ 6635 ਜਿਹੜੀਆਂ ਪੋਸਟਾਂ ਉਹ ਆਊਟ ਹੋਈਆਂ ਸੀ, ਨਿਰੋਲ ਈਟੀਟੀ ਆਊਟ ਹੋਈਆਂ ਸੀਗੀਆਂ। ਅਗਰ ਉਹ ਮੌਜੂਦਾ ਰੂਲ ਸੀਗੇ ਔਰ ਸਰਵਿਸ ਰੂਲ ਅਮੈਂਡ ਹੋਣ ਤੋਂ ਬਾਅਦ ਹੀ ਉਹ ਜਿਹੜੀ ਆ ਨੋਟੀਫਿਕੇਸ਼ਨ ਆਇਆ ਸੀ, ਤਾਂ ਫਿਰ ਜਿਹੜੇ ਮੌਜੂਦਾ ਰੂਲਸ ਵਾਲੀ ਭਰਤੀ ਹਾਲੇ ਤੱਕ ਕੋਰਟ ਦੇ ਵਿੱਚ ਕਲੀਅਰ ਕਿਉਂ ਨਹੀਂ ਕਰਵਾਈ ਗਈ। ਉੱਥੇ ਆਪਣਾ ਪੱਖ ਰੱਖ ਕੇ 6635 ਨੂੰ ਹਾਲੇ ਤੱਕ ਸਿਰੇ ਕਿਉਂ ਨਹੀਂ ਚਾੜਿਆ ਗਿਆ। ਕਿਉਂਕਿ ਨਵਾਂ ਜਿਹੜੇ ਭਰਤੀ ਆਊਗੀ, ਨਵੇਂ ਜਿਹੜੇ ਕਹਿੰਦੇ ਮੌਜੂਦਾ ਰੂਲਸ ਦੇ ਮੁਤਾਬਿਕ ਭਰਤੀ ਆਊਗੀ, ਉਹਦੇ ਵਿੱਚ ਫਿਰ ਉਹ ਨਿਰੋਲ ਈਟੀਟੀ ਹੀ ਹੋਏਗੀ ਕਿਉਂਕਿ ਮੌਜੂਦਾ ਰੂਲਸ ਬਦਲ ਗਏ ਸੀ। ਤਾਂ ਜੇ ਉਹ ਭਰਤੀ ਸਿਰੇ ਚੜੂਗੀ ਕਿਉਂਕਿ ਮੌਜੂਦਾ ਰੂਲਸ ਦੇ ਮੁਤਾਬਿਕ ਹੈ, ਫਿਰ ਉਦੋਂ ਪਹਿਲਾਂ ਤਾਂ 6635 ਸਿਰੇ ਚੜ੍ਹ ਜਾਣੀ ਚਾਹੀਦੀ ਹੈ ਕਿਉਂਕਿ ਉਹ ਵੀ ਮੌਜੂਦਾ ਰੂਲਸ ਦੇ ਮੁਤਾਬਿਕ ਹੈ। ਜਾਂ ਤਾਂ ਬੀਐਡ ਇਨਕਲੂਡ ਕਰੋ ਜਾਂ ਬੀਐਡ ਇਨਕਲੂਡ ਨਾ ਕਰੋ, ਕਮ ਸੇ ਕਮ ਕੋਈ ਇੱਕ ਭਰਤੀ ਕਿਸੇ ਤਰੀਕੇ ਨਾਲ ਤਾਂ ਸਿਰੇ ਚੜਾਓ। ਇੱਕ ਰੂਲਸ ਤਾਂ ਕਲੀਅਰ ਕਰੋ ਕਿ ਕੋਰਟ ਦੇ ਵਿੱਚ ਗਏ ਸੀ ਇਹ ਮੁੱਦੇ ਨੂੰ ਲੈ ਕੇ ਤੇ ਕੋਰਟ ਵੱਲੋਂ ਆ ਜਵਾਬ ਮਿਲਿਆ ਕਿ ਬੀਐਡ ਇਨਕਲੂਡ ਰਹੂਗੀ ਜਾਂ ਬੀਐਡ ਇਨਕਲੂਡ ਨਹੀਂ ਰਹੂਗੀ। ਕੋਈ ਇੱਕ ਜਵਾਬ ਕਿਸੇ ਕੇਸ ਦੇ ਵਿੱਚ ਨਹੀਂ ਦਿੱਤਾ ਗਿਆ। ਸੋ ਪਹਿਲਾਂ ਇੱਥੇ ਨੋਟੀਫਿਕੇਸ਼ਨ ਉਹੀ ਆਪਾਂ ਬਾਰ-ਬਾਰ ਕਹਿੰਦੇ ਹਾਂ ਕਿ ਕਲੀਅਰ ਕਰਨ ਦੀ ਜ਼ਰੂਰਤ ਹੈ। ਨਵੀਆਂ ਭਰਤੀਆਂ ਦੇ ਵਿੱਚ ਪੈਸੇ ਇਕੱਠੇ ਕਰਨ ਦਾ ਇੱਕ ਜ਼ਰੀਆ ਬਣ ਜਾਣਾ ਇਹਨਾਂ ਦਾ ਸਿਰਫ ਕਿ ਪੈਸੇ ਭਰ ਦਿਓ ਤੇ ਉਦੋਂ ਬਾਅਦ 'ਚ ਭਰਤੀਆਂ ਨੂੰ ਕੋਰਟ ਦੇ ਵਿੱਚ ਲੈ ਜਾਓ ਤੇ ਜਾਓ ਤੇ ਉੱਥੇ ਵਕੀਲਾਂ ਨੂੰ ਵੀ ਪੈਸੇ ਆਪਾਂ ਜਿਹੜੇ ਆਪਾਂ ਹੀ ਇਕੱਠੇ ਕਰਕੇ ਯੂਨੀਅਨ ਨੂੰ ਪੈਸੇ ਇਕੱਠੇ ਕਰਕੇ ਦਿੰਦੇ ਹਾਂ ਤੇ ਫਿਰ ਵਕੀਲਾਂ ਦੇ ਨਾਲ ਆਪਾਂ ਕੋਰਟ ਕੇਸ ਲੜਦੇ ਹਾਂ। ਸੋ ਸਭ ਤੋਂ ਪਹਿਲਾਂ ਰੂਲਸ ਇੱਥੇ ਕਲੀਅਰ ਕਰੋ ਕਿ ਰੂਲਸ ਕੀ ਕਹਿੰਦੇ ਨੇ, ਬੀਐਡ ਇਨਕਲੂਡ ਹੋਊਗੀ ਜਾਂ ਨਹੀਂ ਹੋਊਗੀ। ਕਿਉਂਕਿ ਇਹੀ ਕੁਐਸਚਨ ਲੈ ਕੇ ਆਪਾਂ ਪਹਿਲਾਂ 2364 ਦੇ ਵਿੱਚ ਜੱਜ ਕੋਲ ਕੋਰਟ ਦੇ ਵਿੱਚ ਗਏ ਸੀ, ਉੱਥੋਂ ਹਾਲੇ ਤੱਕ ਇਸ ਕੁਐਸਚਨ ਦਾ ਜਵਾਬ ਨਹੀਂ ਮਿਲਿਆ। 6635 ਵਿੱਚ ਵੀ ਸੇਮ ਕੁਐਸਚਨ ਲੈ ਕੇ ਗਏ ਸੀ, ਉੱਥੋਂ ਹਲੇ ਇਸ ਦਾ ਗੱਲ ਦਾ ਜਵਾਬ ਨਹੀਂ ਮਿਲਿਆ। ਤਾਂ 5994 'ਚ ਕੋਈ ਤੀਸਰਾ ਨਵਾਂ ਕੋਈ ਮੁੱਦਾ ਤਾਂ ਆ ਨਹੀਂ ਜਾਣਾ। ਇਹੀ ਗੱਲਾਂ ਨੇ ਤੇ ਇਹੀ ਗੱਲਾਂ ਦਾ ਜਵਾਬ ਹਾਲੇ ਤੱਕ ਆਪਾਂ ਨੂੰ ਨਹੀਂ ਮਿਲਿਆ। ਜੇ ਗੱਲ ਦਾ ਜਵਾਬ ਮਿਲ ਜਾਵੇ ਤਾਂ ਇਹ ਵੀ ਕਲੀਅਰ ਹੋ ਜੂ ਕਿ 2364 ਦੇ ਵਿੱਚ ਰਿਵਿਊ ਪਾਉਣੀ ਚਾਹੀਦੀ ਹੈ ਜਾਂ ਫਿਰ ਨਵੀਂ ਐਡਵਰਟੀਜ਼ਮੈਂਟ ਕੱਢਣੀ ਚਾਹੀਦੀ ਹੈ। ਆਈ ਥਿੰਕ ਇਹ ਚੀਜ਼ ਵੀ ਇੱਥੋਂ ਕਲੀਅਰ ਹੋ ਜਾਏਗੀ ਅਗਰ ਆਪਣੀ ਗੱਲ ਦਾ ਜਿਹੜਾ ਕੋਰਟ ਵੱਲੋਂ ਇਹ ਜਵਾਬ ਹੀ ਮਿਲ ਜਾਵੇ ਕਿ ਬੀਐਡ ਜਿਹੜੀ ਇਨਕਲੂਡ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ। ਸੇਮ ਮੁੱਦਾ 2364 ਦੇ ਵਿੱਚ ਲੈ ਕੇ ਗਏ ਸੀ, ਸੇਮ ਮੁੱਦਾ 6635 ਦਾ ਹੈ। ਔਰ ਅਗਰ 5994 ਪਹਿਲਾਂ ਨਿਕਲਦੀ ਹੈ, ਨੋਟੀਫਿਕੇਸ਼ਨ ਆਊਟ ਹੁੰਦਾ ਹੈ, ਤਾਂ ਤੁਸੀਂ ਦੇਖਿਓ ਇਹ ਤੇ ਵੀ ਸੇਮ ਮੁੱਦੇ ਦੇ ਨਾਲ ਫਿਰ ਕੇਸ ਲੱਗ ਜਾਣਾ। ਤੇ ਇਹ ਸੀਗੇ ਜੀ ਮੇਰੇ ਵਿਚਾਰ। ਬਾਕੀ ਤੁਸੀਂ ਆ ਵੀਡੀਓ ਸੁਣ ਲਓ ਕਿ ਸਿੱਖਿਆ ਮੰਤਰੀ ਦੇ ਨਵੇਂ ਜਿਹੜੇ ਵਿਚਾਰ ਹੈ ਉਹ ਭਰਤੀਆਂ ਨੂੰ ਲੈ ਕੇ ਵਿਚਾਰ ਪੁਰਾਣੇ ਹੀ ਨੇ ਪਰ ਵੀਡੀਓ ਨਵੀਂ ਹੈ, ਪਲੀਜ਼ ਜ਼ਰੂਰ ਦੇਖੋ। बेटा सुन लो आराम नाल सारे ਨੂੰ ਮਿਲਵਾ ਰਹੇ ਆ ਧੱਕਾ ਮੁੱਕੀ ਨਹੀਂ ਕਰਨੀ। ਸਾਇਲੈਂਟ ਨੇ ਸਟਕ ਡਾਊਨ ਤੁਹਾਡੇ ਦੋ ਗਰੁੱਪ ਇੱਕ ਕਹਿੰਦੇ ਆ ਕਿ ਤੁਸੀਂ ਉਦੋਂ ਹਾਇਰ ਕੋਰਟ ਦੇ ਵਿੱਚ ਜਾ ਕੇ ਇੱਕ ਕਹਿੰਦੇ ਆ ਫਰੈਸ਼ ਭਰਤੀ। ਸੁਣੋ ਮੇਰੀ ਗੱਲ, ਉਹਦੇ 'ਚ ਤੁਸੀਂ ਇਕੱਠੇ ਹੋ ਜਾਓ, 2364 ਦੇ ਵਿੱਚ 6635 ਦੇ ਵਿੱਚ 6635 ਦੇ ਵਿੱਚ 2364 ਦੇ ਵਿੱਚ 6635 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 ਦੇ ਵਿੱਚ
ਮੈਨੂੰ ਕਹੋਗੇ ਮੈਂ ਅਪੀਲ ਪਾ ਦੂੰਗਾ, ਮੈਨੂੰ ਕਹੋਗੇ ਮੈਂ ਨਵੀਂ ਭਰਤੀ ਕਰ ਦੂੰਗਾ, ਪਰ ਮੈਂ ਨਵੀਂ ਜਿਹੜੀ ਅਪੀਲ ਪਾਉਣ ਵਾਲੀ ਗੱਲ ਸੀ, ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ, ਇਹ ਮੁੜ ਕੇ 5-4 ਸਾਲ ਫੇਰ ਲੰਘ ਜਾਣੇ। ਜੇ ਆਪਾਂ ਅੱਜ ਦੀ ਤਰੀਕ 'ਚ ਭਰਤੀ ਕਰ ਲਵਾਂਗੇ ਤਾਂ ਫੇਰ ਇਹ ਬਿਹਤਰ ਰਹੂਗੀ। ਮੈਂ ਜਿਹੜੀ ਗੱਲ ਕਾਕਾ ਜਿਹੜੀ ਗੱਲ ਇਸ ਗੱਲ ਨੂੰ ਸਮਝਦਾ, ਜਿਹੜੀ ਇਹ ਭਰਤੀ ਆ ਇਹਦੇ ਵਿੱਚ ਕੀ ਹੋਇਆ, ਰੂਟਾਂ ਦੇ ਵਿੱਚ ਸਮੇਂ-ਸਮੇਂ ਤੇ ਬਦਲਾਅ ਕਰਾ। ਹੁਣ ਕੋਰਟ ਕਹਿੰਦੀ ਹੈ, ਕਿਉਂਕਿ ਤੁਹਾਡੇ ਹੀ ਸਾਥੀ ਆ ਨਾ ਦੂਸਰੇ ਪਾਸੇ ਜਿਨ੍ਹਾਂ ਨੇ ਮੈਂ 2017 ਦਾ ਓਵਰਏਜ ਹੋਇਆ ਪਿਆ ਯਾਰ। ਮੈਂ ਜਿਹੜੀ ਗੱਲ ਕਰਦਾ ਓਵਰਏਜ ਏਜ ਜਿਹੜੀ ਆ, ਏਜ ਦੀ ਰਿਲੈਕਸੇਸ਼ਨ ਦੇਣਾ ਪ੍ਰੋਬਲਮ ਨਹੀਂ ਹੈ, ਉਹ ਸਾਰਿਆਂ ਦੀ ਲੈਵਲ ਪਾਰ ਹੋ ਸਕਦੀ, ਠੀਕ ਹੈ ਨਾ। ਬਟ ਜਿਹੜੀ ਰੂਲਾਂ ਦੇ ਵਿੱਚ ਅਮੈਂਡਮੈਂਟ ਕਰਨੀ ਆ ਉਹ ਸਾਡੇ ਹੱਥ 'ਚ ਨਹੀਂ ਹੈਗੀ। ਕੱਲ ਨੂੰ ਹੋਰ ਕਿਸੇ ਨੇ ਕੋਰਟ 'ਚ ਚਲੇ ਜਾਣਾ। ਨਹੀਂ ਸਰ, ਜਿਹੜੀਆਂ ਨਵੀਂ ਭਰਤੀ ਆਈ ਆ, ਹਾਂ ਨਵੀਂ ਭਰਤੀ ਆਉਣ ਦੇ 'ਚ ਕੀ ਰਿਲੈਕਸੇਸ਼ਨ ਕਿਹੜੀ ਜਿਹੜੀ ਹੁਣ ਮੈਂ ਕਰਵਾਈ ਜਿਹੜੀ ਉਹ ਪੋਰਟਲ ਨਹੀਂ ਗੱਲ ਸੁਣੋ। ਅੱਜ ਦੇਖੋ, ਅੱਜ ਨਵੇਂ ਰੂਲਾਂ ਦੇ ਵਿੱਚ ਅਸੀਂ ਜੋ ਅੱਜ ਦੇ ਹੁੰਦੇ ਆ ਉਹਦੇ ਮੁਤਾਬਕ ਭਰਤੀ ਕਰਦੇ, ਸਮਝਿਆ ਨਾ। ਜੇ ਗੱਲ ਤਾਂ ਸੁਣ ਲਓ ਯਾਰ, ਇਹ 19,000 ਦੀ ਲੱਖ ਭਰਤੀ ਹੈ, 23, 64, 66, 35 ਤੇ 83, ਠੀਕ ਆ। ਇਹ 3 ਅਲੱਗ ਕੈਟਾਗਰੀਜ਼ ਹੈਗੀਆਂ। ਆਹ ਜਿਹੜੀ ਹੁਣ ਆਈ ਆ, ਮੈਂ ਰੂਲ ਤੋਂ ਬਿਲਕੁਲ ਇੱਕ ਪਾਸੇ ਨਹੀਂ ਜਾਣਾ। ਉਹਦਾ ਕਾਰਨ ਇਹ ਆ ਕਿ ਕੱਲ ਨੂੰ ਜੇ ਰੂਲ ਤੋਂ ਫਿਰ ਇੱਕ ਪਾਸੇ ਚਲੇ ਗਿਆ, ਕੱਲ ਨੂੰ ਫਿਰ ਕੋਰਟ 'ਚ ਚਲੇ ਗਿਆ, ਫਿਰ ਚੈਲੰਜ ਹੋ ਜਾਣੀ। 66-35 ਉਦੋਂ ਕਿਹਾ ਸੀ ਨਾ ਕਾਉਂਸਲਿੰਗ ਸ਼ੁਰੂ ਕਰ ਦਾਂਗੇ। ਯਾਰ ਕਾਉਂਸਲਿੰਗ ਤੇ ਸਟੇ ਹੀ ਹੈ ਨਹੀਂ ਯਾਰ, ਕਾਉਂਸਲਿੰਗ ਸ਼ੁਰੂ ਕਰਕੇ ਕੀ ਕਰਾਂ ਜਦੋਂ ਰਿਜ਼ਲਟ ਨਹੀਂ ਉਹਦਾ ਆਉਣ ਡਿਆ। ਗੱਲ ਸੁਣੋ ਯਾਰ, ਜਿੰਨਾ ਚਿਰ ਦੇਖੋ ਕਾਉਂਸਲਿੰਗ ਕੀ ਕਰਕੇ ਕਰਾਂਗੇ ਬੇਟਾ। ਮੰਨ ਲਓ ਸਪੋਜ਼ ਮੈਂ ਕਾਉਂਸਲਿੰਗ ਕਰ ਦਵਾਂ, ਮੈਂ ਉਹਦਾ ਰਿਜ਼ਲਟ ਜਿਹੜਾ ਬਣਾ ਲਵਾਂ, ਅੱਛਾ ਕੱਲ ਨੂੰ ਕੋਰਟ ਦੀ ਹੋਰ ਕੋਈ ਜੱਜਮੈਂਟ ਆ ਗਈ, ਫਿਰ ਉਹ ਰਿਜ਼ਲਟ ਬਣਾਏ ਤੇ ਉਹ ਤਾਂ ਉਸੇ ਉੱਥੇ ਕਿਹਾ ਹੀ 3 ਗੁਣਾ ਕਰ ਰਹੇ ਹੋ। ਜਦੋਂ ਉਹਦੇ ਵਿੱਚ ਕਾਉਂਸਲਿੰਗ ਮੰਨ ਲਓ 3 ਗੁਣਾ ਹੋਊਗੀ, ਜਿਹੜਾ ਉਹ ਮੇਨ ਮੌਕੇ ਤੇ ਫੈਸਲਾ ਆਊਗਾ 10-15 ਦਿਨ ਕਾਉਂਸਲਿੰਗ ਤੇ ਹੀ ਲੱਗ ਜਾਣੇ ਸਰ। ਕਿਉਂ ਕਾਉਂਸਲਿੰਗ ਯਾਰ? ਗੱਲ ਤਾਂ ਸੁਣੋ, ਜਦੋਂ ਸਾਰਾ ਕੁਝ ਹੋਇਆ ਪਿਆ ਕੋਰਟ ਸਾਨੂੰ ਡਿਸੀਜਨ ਦੇਵੇ, ਅਸੀਂ ਉਹਦੇ ਮੁਤਾਬਕ ਰਿਜ਼ਲਟ ਕੱਢ ਦੇਣਾ। ਸਰ ਜਿਹੜੀ ਅਮੈਂਡਮੈਂਟ ਹੋਈ ਸੀ ਉਹਦੇ ਵਿੱਚ ਈਜੀਟੀ ਨੂੰ ਕੀਤਾ ਗਿਆ ਕੁਆਲੀਫਿਕੇਸ਼ਨ ਜਦੋਂ ਨਵਾਂ ਬਜਟ ਹੋ ਗਿਆ ਸੀ, ਨਵਾਂ ਬਜਟ ਬਣ ਗਿਆ ਸੀ, ਨਵਾਂ ਬਜਟ ਬਣਿਆ ਪੇਪਰ ਦੇਣ ਦਾ ਮੌਕਾ ਵੀ ਦਿੱਤਾ ਸੀ। ਯਾਰ ਕੋਰਟ 'ਚ